हाँ जी, सत श्री अकाल दोस्तों। स्वागत है थोड़े सारिਆਂ ਦਾ। हाँ जी, ਅੱਜ ਤੋਂ ਆਪਾਂ ਸਟਾਰਟ ਕਰਨ ਜਾ ਰਹੇ ਹਾਂਗੇ ਪੀਪੀਐਸਸੀ ਕੋਆਪਰੇਟਿਵ ਇੰਸਪੈਕਟਰ ਦੀ ਤਿਆਰੀ। ਤੁਹਾਡੇ ਸਿਲੇਬਸ ਵਿੱਚ ਜਿੰਨੇ ਵੀ ਟੌਪਿਕ ਨੇਗੇ, ਪੋਲਿਟੀ ਹੋ ਗਈ, ਹਿਸਟਰੀ ਹੋ ਗਈ, ਇਕਨੋਮਿਕਸ ਹੋ ਗਈ, ਜੀਓਗ੍ਰਾਫੀ ਹੋ ਗਈ, ਠੀਕ ਹੈ ਜੀ, ਇਨਵਾਇਰਨਮੈਂਟ ਹੋ ਗਿਆ, ਸਾਇੰਸ ਐਂਡ ਟੈਕ ਹੋ ਗਿਆ ਤੇ ਪਲੱਸ ਆਪਣੀ ਰੀਜ਼ਨਿੰਗ ਹੋ ਗਈ। ਜਿੰਨੇ ਵੀ ਟੌਪਿਕ ਨੇ ਆਪਾਂ ਸਾਰੇ ਕੰਪਲੀਟ ਕਰਨ ਵਾਲੇ ਆਂਗੇ। ਤੁਹਾਡੇ ਐਗਜ਼ਾਮ ਤੋਂ ਪਹਿਲਾਂ ਆਪਾਂ ਸਾਰੇ ਪੜਾਂਗੇ ਤੇ ਆਪਾਂ ਇਸ ਤਰ੍ਹਾਂ ਪੜਾਂਗੇ ਵੀ ਹਰੇਕ ਵਿਦਿਆਰਥੀ ਸਮਝ ਆ ਜਾਊਗਾ, ਪਲੱਸ ਤੁਹਾਡੇ ਕਨਸੈਪਟ ਵੀ ਕਲੀਅਰ ਹੋ ਜਾਣਗੇ ਤੇ ਨਾਲੇ ਤੁਹਾਡੀ ਰਿਵੀਜ਼ਨ ਹੋਈ ਜਾਊਗੀ, ਠੀਕ ਹੈ ਜੀ। ਤੇ ਤੁਹਾਨੂੰ 50 ਤੋਂ ਲੈ ਕੇ 60%, 50 ਤੋਂ ਲੈ ਕੇ 60% ਜਿਹੜਾ ਤੁਹਾਡਾ ਐਗਜ਼ਾਮ ਆਗਾ ਉਹ ਆਪਣੇ ਕਿਰਾਏ ਹੋਏ ਵਿੱਚੋਂ ਹੀ ਦੇਖਣ ਨੂੰ ਮਿਲੂਗਾ, ਠੀਕ ਹੈ ਜੀ। ਤੇ ਬਾਕੀ ਗੱਲ ਤੁਹਾਡੇ ਤੇ ਵੀ ਕਰਦੀ ਹੈਗੀ, ਤੁਸੀਂ ਕਿੰਨੇ ਕੁ ਧਿਆਨ ਨਾਲ ਪੜ੍ਹਦੇ ਹੋਗੇ, ਰੈਗੂਲਰ ਕਲਾਸਾਂ ਲਗਾਉਣੇ ਹੋ ਜਾਂ ਨਹੀਂ, ਠੀਕ ਹੈ ਜੀ, ਜਾਂ ਫਿਰ ਆਪਣਾ ਇੱਕ ਟਾਈਮ ਟੇਬਲ ਬਣਾ ਕੇ ਪੜ੍ਹਦੇ ਹੋ ਜਾਂ ਨਹੀਂ, ਠੀਕ ਹੈ ਜੀ। ਇਹ ਗੱਲ ਤੁਹਾਡੇ ਤੇ ਕਰਦੀ ਹੈਗੀ। ਸੋ ਇਸ ਕਰਕੇ ਜਿਹੜੀਆਂ ਵੀ ਆਉਣ ਵਾਲੀਆਂ ਵੀਡੀਓ ਹੋਣਗੀਆਂ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੋਣ ਵਾਲੀਆਂ ਨੇਗੀਆਂ। ਕਿਸੇ ਵੀ ਵਿਦਿਆਰਥੀ ਨੇ ਇੱਕ ਵੀ ਵੀਡੀਓ ਮਿਸ ਨਹੀਂ ਕਰਨੀ ਹੈਗੀ, ਠੀਕ ਹੈ ਜੀ। ਇਸ ਗੱਲ ਨੂੰ ਨੋਟ ਕਰਿਓ। ਤੇ ਅੱਜ ਆਪਾਂ ਪੜ੍ਹਾਂਗੇ ਜੀ ਹਿਸਟਰੀ। ਜੇ ਪੀਪੀਐਸਸੀ ਵਿੱਚ ਹਿਸਟਰੀ ਦੀ ਗੱਲ ਕਰੀਏ ਤਾਂ ਪੀਪੀਐਸਸੀ ਜ਼ਿਆਦਾਤਰ ਪ੍ਰਸ਼ਨ ਕਿੱਥੋਂ ਪਾਉਂਦਾ ਹੁੰਦਾ ਗਾ, ਮਾਡਰਨ ਹਿਸਟਰੀ ਵਿੱਚੋਂ ਪਾਉਂਦਾ ਹੁੰਦਾ, ਠੀਕ ਹੈ ਜੀ। ਤੁਸੀਂ ਪਿਛਲੇ ਪੇਪਰ ਚੱਕ ਕੇ ਦੇਖ ਲਓ, ਜ਼ਿਆਦਾਤਰ ਪ੍ਰਸ਼ਨ ਮਾਡਰਨ ਹਿਸਟਰੀ ਤੋਂ ਦੇਖਣ ਨੂੰ ਮਿਲ ਜਾਣਗੇ। ਏਸ਼ੀਅਨ ਤੇ ਮੀਡੀਵਲ ਹਿਸਟਰੀ ਵੀ ਆਉਂਦੀ ਹੁੰਦੀ ਹੈਗੀ, ਪਰ ਥੋੜੇ ਮੋਟੇ ਪ੍ਰਸ਼ਨ ਹੁੰਦੇ ਹੈਗੇ, ਉਹ ਵੀ ਇੱਕ ਸਪੈਸੀਫਿਕ ਪਾਰਟ ਤੋਂ ਪੁੱਛੇ ਹੁੰਦੇ ਆ, ਠੀਕ ਹੈ ਜੀ। ਉਹ ਤੁਹਾਨੂੰ ਦੱਸਾਂਗੇ ਵੀ ਏਸ਼ੀਅਨ ਤੇ ਮੀਡੀਵਲ ਹਿਸਟਰੀ ਕਿਸ ਤਰ੍ਹਾਂ ਪੜ੍ਹਨੀ ਹੈ, ਠੀਕ ਹੈ ਜੀ। ਉਹ ਕੋਈ ਜ਼ਿਆਦਾ ਡੀਪ ਵਿੱਚ ਪੜ੍ਹਨ ਦੀ ਲੋੜ ਨਹੀਂ ਹੈਗੀ, ਪਰ ਮਾਡਰਨ ਹਿਸਟਰੀ ਆਪਾਂ ਨੂੰ ਚੰਗੀ ਤਰ੍ਹਾਂ ਪੜ੍ਹਨੀ ਪਊਗੀ। ਸੋ ਅੱਜ ਆਪਾਂ ਮਾਡਰਨ ਹਿਸਟਰੀ ਕਰਾਂਗੇ। ਮਾਡਰਨ ਹਿਸਟਰੀ ਨਾਲ ਸੰਬੰਧਿਤ ਜਿੰਨੇ ਵੀ ਟੌਪਿਕ ਨੇ ਆਪਾਂ ਸਾਰੇ ਕਵਰ ਕਰਨ ਵਾਲੇ ਹਾਂ, ਠੀਕ ਹੈ ਜੀ। ਇਹ ਵੀ ਆਪਾਂ ਇੱਕ ਟੌਪਿਕ ਬਣਾ ਕੇ ਚੱਲਾਂਗੇ ਤਾਂ ਜੋ ਤੁਹਾਨੂੰ ਸਾਰਿਆਂ ਨੂੰ ਸਮਝ ਆ ਸਕੇ। ਤਾਂ ਦੇਖੋ, ਪਹਿਲਾਂ ਆਪਾਂ ਪੜਾਂਗੇ 1857 ਦਾ ਰਿਵੋਲਟ, ਠੀਕ ਹੈ ਜੀ। ਇਹਦੇ ਬਾਰੇ ਜਿੰਨੇ ਵੀ ਪ੍ਰਸ਼ਨ ਬਣਦੇ ਹੈਗੇ ਆਪਾਂ ਸਾਰੇ ਕਵਰ ਕਰਾਂਗੇ। ਫਿਰ ਆਪਾਂ ਪੜਾਂਗੇ ਗਰਮਪੰਥੀ ਨਰਮਪੰਥੀ ਚਰਨ ਬਾਰੇ, ਠੀਕ ਹੈ ਜੀ। ਫਿਰ ਆਪਾਂ ਪੜਾਂਗੇ ਗਾਂਧੀਵਾਦੀ ਯੁੱਗ ਬਾਰੇ। ਫਿਰ ਆਪਾਂ ਪੜਾਂਗੇ ਜਿੰਨੇ ਵੀ ਐਕਟ ਨੇ, ਠੀਕ ਹੈ ਜੀ, ਉਹਨਾਂ ਬਾਰੇ ਪੜਾਂਗੇ। ਫਿਰ ਆਪਾਂ ਇੰਪੋਰਟੈਂਟ ਡੇਟਸ ਬਾਰੇ ਪੜਾਂਗੇ, ਠੀਕ ਹੈ ਜੀ। ਇਸ ਤਰ੍ਹਾਂ ਆਪਾਂ ਮਾਡਰਨ ਹਿਸਟਰੀ ਦਾ ਸਾਰਾ ਟੌਪਿਕ ਕਵਰ ਕਰਨ ਵਾਲੇ ਹਾਂ, ਠੀਕ ਹੈ ਜੀ। ਤੁਹਾਡਾ ਕੋਈ ਵੀ ਇਹੋ ਜਿਹਾ ਪ੍ਰਸ਼ਨ ਹੀ ਨਹੀਂ ਬਚਣਾ ਜੋ ਬਾਹਰੋਂ ਆ ਸਕੇ। ਇਸ ਕਰਕੇ ਵੀਡੀਓ ਨੂੰ ਧਿਆਨ ਨਾਲ ਦੇਖਣਾ, ਸਾਰਿਆਂ ਨੇ ਧਿਆਨ ਨਾਲ ਸੁਣਨਾ ਤੇ ਵੀਡੀਓ ਨੂੰ ਪੂਰਾ ਜ਼ਰੂਰ ਦੇਖਣਾ, ਠੀਕ ਹੈ ਜੀ। ਤਾਂ ਚਲੋ ਜੀ, ਫਿਰ ਆਪਾਂ ਸਟਾਰਟ ਕਰ ਦਿਆਂਗੇ। ਹਾਂਜੀ, ਪਹਿਲਾਂ ਦੇਖੋ, ਆਪਾਂ ਜੇ ਗੱਲ ਕਰੀਏ 1857 ਜਿਹੜਾ ਰਿਵੋਲਟ ਹੋਇਆ ਸੀਗਾ, ਜਿਹੜਾ ਵਿਦਰੋਹ ਹੋਇਆ ਸੀਗਾ, ਇਹਦੀ ਜੇ ਆਪਾਂ ਗੱਲ ਕਰੀਏ ਤਾਂ ਕਾਰਨ ਕੀ ਸੀਗਾ ਤੇ ਬੇਸ ਕੀ ਸੀਗਾ, ਠੀਕ ਹੈ ਜੀ। ਇਹਨੂੰ ਹੈ ਕੀ ਸੀਗਾ ਇਹ ਸਮਝੀਏ ਆਪਾਂ। ਤਾਂ ਦੇਖੋ ਵੀ ਹੋਇਆ ਕੀ ਸੀਗਾ। ਜੇ ਆਪਾਂ ਇਹਨਾਂ ਕਾਰਨਾਂ ਦੀ ਗੱਲ ਕਰੀਏ ਤਾਂ ਕਾਰਨ ਕਈ ਸੀਗੇ, ਠੀਕ ਹੈ ਜੀ। ਕਾਰਨ ਲੰਬੇ ਸਮੇਂ ਤੋਂ ਕਈ ਚੱਲ ਰਹੇ ਸੀਗੇ, ਜਿਵੇਂ ਮਿਲਟਰੀ ਕਾਰਨ ਹੋ ਗਏ, ਆਰਥਿਕ ਕਾਰਨ ਹੋ ਗਏ, ਠੀਕ ਹੈ ਜੀ, ਸਮਾਜਿਕ ਕਾਰਨ ਹੋ ਗਏ, ਇੱਕ ਨੀਤੀਆਂ ਸੀ ਅੰਗਰੇਜ਼ਾਂ ਦੀਆਂ, ਡਾਕਟਰਾਈਨ ਆਫ ਲੇਬਸ ਹੋ ਗਿਆ, ਠੀਕ ਹੈ ਜੀ, ਸਬਸਿਡਰੀ ਅਲਾਇੰਸ ਹੋ ਗਿਆ, ਠੀਕ ਹੈ ਜੀ। ਇਸ ਤਰ੍ਹਾਂ ਦੇ ਕਈ ਕਾਰਨ ਸੀਗੇ, ਪਰ ਆਪਾਂ ਇੱਕ ਪ੍ਰਮੁੱਖ ਕਾਰਨ ਦੀ ਗੱਲ ਕਰੀਏ ਵੀ ਇੱਕ ਪ੍ਰਮੁੱਖ ਕਾਰਨ ਕੀ ਸੀਗਾ। ਜਿਵੇਂ ਤਤਕਾਲੀਨ ਕਾਰਨ ਦੀ ਗੱਲ ਕਰੀਏ ਵੀ 1857 ਵਿੱਚ ਇਹੋ ਜਿਹਾ ਕੀ ਹੋਇਆ ਸੀਗਾ ਜਿਹੜਾ ਵਿਦਰੋਹ ਹੋ ਗਿਆ। ਤਾਂ ਆਪਾਂ ਇਹ ਕਾਰਨ ਦੀ ਗੱਲ ਕਰੀਏ ਤਾਂ ਦੇਖੋ ਹੋਇਆ ਕੀ, ਅੰਗਰੇਜ਼ਾਂ ਦਾ ਰਾਜ ਚੱਲ ਰਿਹਾ ਸੀਗਾ। ਤਾਂ ਅੰਗਰੇਜ਼ਾਂ ਦੇ ਰਾਜ ਵਿੱਚ 1857 ਵਿੱਚ ਅੰਗਰੇਜ਼ ਫੌਜ ਵਿੱਚ ਇੱਕ ਨਵੀਂ ਬੰਦੂਕ ਲੈ ਕੇ ਆਏ ਸੀ, ਠੀਕ ਹੈ ਜੀ, ਜਿਹਦਾ ਨਾਮ ਸੀਗਾ ਨਿਊ ਐਨਫੀਲਡ, ਠੀਕ ਹੈ ਜੀ। ਉਹ ਬੰਦੂਕ ਵਿੱਚ ਗਾਂ ਦੀ ਚਰਬੀ ਨਾਲ ਬਣੇ ਹੋਏ ਤੇ ਸੂਰ ਦੀ ਚਰਬੀ ਨਾਲ ਬਣੇ ਹੋਏ ਕਾਰਤੂਸਾਂ ਦੀ ਵਰਤੋਂ ਕੀਤੀ ਜਾਂਦੀ ਸੀਗੀ। ਹੁਣ ਕਈ ਕਿਤਾਬਾਂ ਵਿੱਚ ਤਾਂ ਲਿਖਿਆ ਹੋਇਆ ਗਾ ਵੀ ਇਹ ਕੇਵਲ ਅਫਵਾਹ ਸੀਗੀ ਤੇ ਕਈ ਕਿਤਾਬਾਂ ਵਿੱਚ ਲਿਖਿਆ ਹੋਇਆ ਵੀ ਇਹ ਸੱਚ ਸੀਗਾ, ਠੀਕ ਹੈ ਜੀ, ਵੀ ਗਾਂ ਦੀ ਚਰਬੀ ਤੇ ਸੂਰ ਦੀ ਚਰਬੀ ਨਾਲ ਬਣੇ ਹੋਏ ਕਾਰਤੂਸਾਂ ਦੀ ਵਰਤੋਂ ਅਸਲ ਵਿੱਚ ਕੀਤੀ ਜਾਂਦੀ ਸੀਗੀ। ਹੁਣ ਆਪਾਂ ਨੂੰ ਇਹ ਮੈਟਰ ਨਹੀਂ ਕਰਦਾ ਹੈਗਾ। ਤੂੰ ਦੇਖੋ ਹੋਇਆ ਕੀ ਸੀਗਾ। ਤਾਂ ਦੇਖੋ, ਮਾਰਚ 1857 ਵਿੱਚ ਮੰਗਲ ਪਾਂਡੇ ਨਾਮ ਦੇ ਇੱਕ ਸੈਨਿਕ ਨੇ ਗਾਂ ਦੀ ਚਰਬੀ ਨਾਲ ਬਣੇ ਹੋਏ ਕਾਰਤੂਸਾਂ ਨੂੰ ਮੂੰਹ ਨਾਲ ਕੱਟਣ ਤੋਂ ਮਨਾ ਕਰ ਦਿੱਤਾ ਸੀ, ਠੀਕ ਹੈ ਜੀ। ਤੇ ਉੱਥੇ ਵਿਦਰੋਹ ਕਰਤਾ ਸੀਗਾ, ਕਿੱਥੇ, ਬੈਰਕਪੁਰ ਵਿੱਚ, ਠੀਕ ਹੈ ਜੀ। ਨੋਟ ਕਰਿਓ, ਬੈਰਕਪੁਰ ਵਿੱਚ ਵਿਦਰੋਹ ਕਰਤਾ ਸੀਗਾ, ਜਿਸ ਕਰਕੇ ਉਸਨੂੰ 8 ਅਪ੍ਰੈਲ 1857 ਨੂੰ ਉਸਨੂੰ ਫਾਂਸੀ ਦੇ ਦਿੱਤੀ ਗਈ ਸੀ, ਠੀਕ ਹੈ ਜੀ। ਤਾਂ ਉਸ ਤੋਂ ਬਾਅਦ ਤੁਸੀਂ ਕਹਿ ਸਕਦੇ ਹੋ ਇਹ ਪਹਿਲਾ ਮੌਕਾ ਸੀਗਾ ਜਦੋਂ ਭਾਰਤ ਦੀ ਜਨਤਾ ਵਿੱਚ ਕ੍ਰਾਂਤੀ ਦੀ ਪਹਿਲੀ ਚਿੰਗਾਰੀ ਲੱਗੀ ਸੀ, ਠੀਕ ਹੈ ਜੀ। ਤਾਂ ਉਸ ਤੋਂ ਬਾਅਦ ਵਿਦਰੋਹ ਸਟਾਰਟ ਹੋਇਆ ਸੀਗਾ। ਕਿੱਥੋਂ ਸਟਾਰਟ ਹੋਇਆ ਸੀਗਾ? ਮੇਰਠ ਤੋਂ ਸਟਾਰਟ ਹੋਇਆ ਸੀ, ਠੀਕ ਹੈ ਜੀ। 10 ਮਈ 1857 ਨੂੰ ਕਿੱਥੋਂ ਸਟਾਰਟ ਹੋਇਆ ਸੀਗਾ? ਮੇਰਠ ਤੋਂ ਸਟਾਰਟ ਹੋਇਆ ਸੀ, ਠੀਕ ਹੈ ਜੀ। ਇੰਪੋਰਟੈਂਟ ਡੇਟਾ ਯਾਦ ਕਰੀ ਜਾਇਓ। ਇਹ ਵਿਦਰੋਹ ਪਹਿਲਾਂ ਸਿਪਾਹੀਆਂ ਦਾ ਵਿਦਰੋਹ ਸੀਗਾ, ਠੀਕ ਹੈ ਜੀ। ਇਹ ਵਿਦਰੋਹ ਪਹਿਲਾਂ ਕੇਵਲ ਸਿਪਾਹੀਆਂ ਦਾ ਵਿਦਰੋਹ ਸੀਗਾ, ਫੌਜ ਵਿੱਚ ਵਿਦਰੋਹ ਕੀਤਾ ਗਿਆ ਸੀਗਾ, ਪਰ ਹੌਲੀ ਹੌਲੀ ਇਹ ਵਿਦਰੋਹ ਭਾਰਤ ਦੀ ਦੂਜੀ ਜਨਤਾ ਵਿੱਚ ਵੀ ਫੈਲ ਗਿਆ ਸੀ, ਠੀਕ ਹੈ ਜੀ। ਵੱਖ-ਵੱਖ ਜਿਹੜੇ ਰਾਜੇ ਨੇਗੇ ਉਹਨਾਂ ਨੇ ਵਿਦਰੋਹ ਦਾ ਸਾਥ ਦਿੱਤਾ ਸੀਗਾ। ਉਹਨਾਂ ਦੇ ਵੀ ਆਪਦੇ ਕਾਰਨ ਸੀਗੇ, ਜਿਵੇਂ ਆਪਾਂ ਉੱਪਰ ਗੱਲ ਕਰਕੇ ਹਟਿਆਂਗੇ, ਜਿਵੇਂ ਸਮਾਜਿਕ ਕਾਰਨ ਹੋ ਗਏ, ਠੀਕ ਹੈ ਜੀ, ਆਰਥਿਕ ਕਾਰਨ ਹੋ ਗਏ, ਜਾਂ ਫਿਰ ਅੰਗਰੇਜ਼ਾਂ ਦੀ ਨੀਤੀ ਹੋ ਗਈਆਂ। ਤਾਂ ਇਸ ਕਰਕੇ ਇਹਨਾਂ ਤੋਂ ਤੰਗ ਆ ਕੇ ਵੱਖ-ਵੱਖ ਰਾਜਿਆਂ ਨੇ ਵੀ ਇਹ ਵਿਦਰੋਹ ਵਿੱਚ ਹਿੱਸਾ ਲਿਆ ਸੀ, ਠੀਕ ਹੈ ਜੀ। ਇਹ ਨੋਟ ਕਰਿਓ। ਤੇ ਇਸ ਤੋਂ ਬਾਅਦ ਮੇਰਠ ਤੋਂ ਸਟਾਰਟ ਹੋ ਕੇ ਵਿਦਰੋਹ ਕਾਫੀ ਥਾਵਾਂ 'ਤੇ ਫੈਲ ਚੁੱਕਿਆ ਸੀਗਾ। ਤੇ ਹੁਣ ਆਪਾਂ ਸਮਝ ਚੁੱਕੇ ਹਾਂ ਵੀ ਇਹ ਵਿਦਰੋਹ ਹੈ ਕੀ ਸੀਗਾ। ਤੇ ਹੁਣ ਆਪਾਂ ਦੇਖਦੇ ਹਾਂ MCQs, ਠੀਕ ਹੈ ਜੀ, ਇਹਦੇ ਰਿਲੇਟਡ ਕਿਹੜੇ MCQs ਬਣਦੇ ਨੇਗੇ। ਹਾਂਜੀ, ਪ੍ਰਸ਼ਨ ਨੰਬਰ 1 ਦੇਖੋ, ਹੂ ਆਰ ਦਾ ਪ੍ਰੋਮੀਨੈਂਟ ਲੀਡਰ ਇਨ ਲਖਨਊ ਡਰਿੰਗ ਦਾ ਰਿਵੋਲਟ ਆਫ 1857। ਤਾਂ ਦੇਖੋ ਜੀ, ਆਪਾਂ ਉੱਪਰ ਗੱਲ ਕਰਕੇ ਹਟਿਆਂਗੇ ਵੀ ਦੇਖੋ ਮੇਰਠ ਵਿੱਚ ਵਿਦਰੋਹ ਸਟਾਰਟ ਹੋਇਆ ਸੀਗਾ। ਇਸ ਤੋਂ ਬਾਅਦ ਵਿਦਰੋਹ ਕਾਫੀ ਥਾਵਾਂ 'ਤੇ ਫੈਲ ਗਿਆ, ਠੀਕ ਹੈ ਜੀ। ਤੇ ਹੁਣ ਪੁੱਛਦਾ ਵੀ ਲਖਨਊ ਵਿੱਚ ਕਿਹੜਾ ਪ੍ਰੋਮੀਨੈਂਟ ਲੀਡਰ ਸੀਗਾ। ਪ੍ਰੋਮੀਨੈਂਟ ਮਤਲਬ ਪ੍ਰਮੁੱਖ ਲੀਡਰ ਕਿਹੜਾ ਸੀਗਾ ਜਿਹਨੇ ਵਿਦਰੋਹ ਦੀ ਅਗਵਾਈ ਕੀਤੀ ਸੀਗੀ। ਤਾਂ ਇੱਥੇ ਆਪਣਾ ਰਾਈਟ ਆਪਸ਼ਨ ਆ ਜਾਊਗਾ ਆਪਸ਼ਨ ਨੰਬਰ A, ਬੇਗਮ ਹਜ਼ਰਤ ਮਹਿਲ, ਠੀਕ ਹੈ ਜੀ। ਇਹਨਾਂ ਦੇ ਇੱਕ ਪੁੱਤਰ ਵੀ ਸੀਗਾ, ਉਹਦਾ ਨਾਮ ਸੀਗਾ ਬਿਰਜਿਸ਼ ਕਾਦਰ ਸੀਗਾ। ਤੇ ਇਹਨਾਂ ਨੇ ਅਗਵਾਈ ਕੀਤੀ ਸੀ ਕਿੱਥੋਂ? ਲਖਨਊ ਤੋਂ, ਠੀਕ ਹੈ ਜੀ। ਇੰਪੋਰਟੈਂਟ ਆ, ਨੋਟ ਕਰਿਓ। ਤੇ ਇਹਨਾਂ ਨੇ ਕਿਉਂ ਕੀਤੀ, ਜਿਹਦਾ ਕਾਰਨ ਕੀ ਸੀਗਾ? ਤਾਂ ਦੇਖੋ, ਇਹਨਾਂ ਨੂੰ ਬੇਗਮ ਆਫ ਅਵਧ ਵੀ ਕਹਿੰਦੇ ਆ, ਠੀਕ ਹੈ ਜੀ, ਬੇਗਮ ਆਫ
ਅਵਧ ਵੀ ਕਿਹਾ ਜਾਂਦਾ ਗਾ। ਤੇ ਜਿਹੜੇ ਅੰਗਰੇਜ਼ ਸੀਗੇ ਉਹ ਅਵਧ ਨੂੰ ਹੜਪਣਾ ਚਾਹੁੰਦੇ ਸੀ, ਠੀਕ ਆ ਜੀ। ਕਿਹਨੂੰ ਹੜਪਣਾ ਚਾਹੁੰਦੇ ਸੀਗੇ? ਅਵਧ ਨੂੰ ਹੜਪਣਾ ਚਾਹੁੰਦੇ ਸੀ, ਆਪਦੇ ਕਬਜ਼ੇ ਵਿੱਚ ਕਰਨਾ ਚਾਹੁੰਦੇ ਸੀ। ਜਿਸ ਕਰਕੇ ਬੇਗਮ ਹਜ਼ਰਤ ਮਹਿਲ ਨੇ ਵਿਦਰੋਹ ਕੀਤਾ ਸੀਗਾ ਕਿੱਥੋਂ? ਲਖਨਊ ਤੋਂ, ਠੀਕ ਆ ਜੀ। ਇਹ ਨੋਟ ਕਰਿਓ। ਤੇ ਅੱਗੇ ਜੇ ਆਪਾਂ ਗੱਲ ਕਰੀਏ ਰਾਣੀ ਲక్ష్ਮੀ ਬਾਈ, ਸਭ ਨੂੰ ਪਤਾ ਹੋਣਾ, ਠੀਕ ਆ ਜੀ। ਕਿੱਥੋਂ ਵਿਦਰੋਹ ਕੀਤਾ ਸੀਗਾ? ਝਾਂਸੀ ਤੋਂ। ਝਾਂਸੀ ਤੋਂ ਵਿਦਰੋਹ ਦੀ ਅਗਵਾਈ ਕਿਹਨੇ ਕੀਤੀ ਸੀਗੀ? ਰਾਣੀ ਲక్ష్ਮੀ ਬਾਈ ਨੇ ਕੀਤੀ ਸੀਗੀ। ਕੁੰਵਰ ਸਿੰਘ ਦੀ ਗੱਲ ਕਰੀਏ, ਇਹਨਾਂ ਨੇ ਅਗਵਾਈ ਕੀਤੀ ਸੀ ਕਿੱਥੋਂ? ਬਿਹਾਰ ਤੋਂ, ਠੀਕ ਆ ਜੀ। ਖਾਸ ਕਰ ਪੇਪਰਾਂ ਵਿੱਚ ਆਹੀ ਪੁੱਛਦੇ ਹੁੰਦੇ ਆ, ਠੀਕ ਆ ਜੀ। ਸਟੇਟਮੈਂਟ ਬਣਾ ਕੇ ਵੀ ਇੱਥੋਂ ਕਿਹਨੇ ਅਗਵਾਈ ਕੀਤੀ ਸੀਗੀ, ਇੱਥੋਂ ਕਿਹਨੇ ਕੀਤੀ ਸੀਗੀ। ਇਸ ਕਰਕੇ ਆਹ ਇੰਪੋਰਟੈਂਟ ਹੈਗਾ, ਜ਼ਰੂਰ ਯਾਦ ਰੱਖ ਲਿਓ, ਠੀਕ ਆ ਜੀ। ਤੇ ਬਹਾਦਰ ਸ਼ਾਹ ਜ਼ਫਰ, ਇਹਨੇ ਅਗਵਾਈ ਕਿੱਥੋਂ ਕੀਤੀ ਸੀਗੀ? ਦਿੱਲੀ ਤੋਂ, ਠੀਕ ਹੈ। ਸਭ ਨੂੰ ਪਤਾ ਹੀ ਹੋਣਾਗਾ। ਇਹ ਤੁਹਾਨੂੰ ਸ਼ਾਇਦ 8ਵੀਂ ਕਲਾਸ ਦੀ NCERT ਵਿੱਚ ਵੀ ਹੈਗਾ ਆਪਣਾ ਟੌਪਿਕ, ਉੱਥੋਂ ਵੀ ਸਾਰਿਆਂ ਨੇ ਪੜ੍ਹਿਆ ਹੋਣਾ, ਠੀਕ ਆ ਜੀ। ਸੋ ਇੱਕ ਵਾਰੀ ਆਪਣੀ ਰਿਵੀਜ਼ਨ ਕਰ ਲੈਣਾ ਜਿਨ੍ਹਾਂ ਨੂੰ ਯਾਦ ਵੀ ਹੈਗਾ ਗਾ। ਤੇ ਇੱਥੇ ਤੱਕ ਸਾਰੇ ਨੋਟ ਕਰ ਲਿਆ। ਤਾਂ ਚਲੋ ਜੀ ਫਿਰ ਅਗਲਾ ਪ੍ਰਸ਼ਨ ਦੇਖਦੇ ਹਾਂ ਆਪਾਂ। ਹਾਂਜੀ, ਪ੍ਰਸ਼ਨ ਨੰਬਰ 2 ਦੇਖੋ। ਸਰ ਹਿਊਗ ਰੋਜ਼ ਡਿਸਕ੍ਰਾਈਬਡ ਹੂ ਐਜ਼ ਦਾ ਬਰੇਵੈਸਟ ਮਿਲਟਰੀ ਲੀਡਰ ਆਫ ਦਾ ਰਿਵੋਲਟ। ਤਾਂ ਦੇਖੋ ਜੀ, ਜਿਹੜੇ ਸਰ ਹਿਊਗ ਰੋਜ਼ ਸੀਗੇ, ਇਹਨਾਂ ਨੇ ਵਿਦਰੋਹ ਨੂੰ ਸਪਰਾਸਟ ਕੀਤਾ ਸੀਗਾ, ਦਬਾਇਆ ਸੀਗਾ ਕਿੱਥੋਂ? ਝਾਂਸੀ ਤੋਂ, ਠੀਕ ਆ ਜੀ। ਆਪਾਂ ਉੱਪਰ ਪੜ੍ਹ ਕੇ ਹਟਿਆਂਗੇ। ਝਾਂਸੀ ਤੋਂ ਅਗਵਾਈ ਕਿਹਨੇ ਕੀਤੀ ਸੀਗੀ? ਰਾਣੀ ਲక్ష్ਮੀ ਬਾਈ ਨੇ ਕੀਤੀ ਸੀ, ਠੀਕ ਆ ਜੀ। ਸੋ ਆਪਸ਼ਨ ਨੰਬਰ B ਬਿਲਕੁਲ ਰਾਈਟ ਆਨਸਰ ਆ ਜਾਊਗਾ। ਤੇ ਇਹਨਾਂ ਨੇ ਰਾਣੀ ਲక్ష్ਮੀ ਬਾਈ ਨੂੰ ਕੀ ਕਿਹਾ ਸੀਗਾ? ਬਰੇਵੈਸਟ ਮਿਲਟਰੀ ਲੀਡਰ ਕਿਹਾ ਸੀ, ਠੀਕ ਆ ਜੀ। ਸਾਰੇ ਵਿਦਰੋਹ ਦੀ ਕੀ ਕਿਹਾ ਸੀਗਾ? ਬਰੇਵੈਸਟ ਮਿਲਟਰੀ ਲੀਡਰ ਕਿਹਾ ਸੀਗਾ। ਇਹ ਇੰਪੋਰਟੈਂਟ ਹੈ, ਇਹਨੂੰ ਯਾਦ ਰੱਖ ਲਿਓ। ਚਲੋ ਅਗਲਾ ਪ੍ਰਸ਼ਨ ਦੇਖੋ। ਹਾਂਜੀ, ਪ੍ਰਸ਼ਨ ਨੰਬਰ 3 ਦੇਖੋ। ਹੂ ਇਜ਼ ਦਾ ਆਥਰ ਆਫ ਦਾ ਬੁੱਕ ਦ ਫਸਟ ਇੰਡੀਅਨ ਵਾਰ ਆਫ ਇੰਡੀਪੈਂਡੈਂਸ 1857 to 1859। ਤਾਂ ਦੇਖੋ ਇੱਥੇ ਆਪਣਾ ਰਾਈਟ ਆਪਸ਼ਨ ਆ ਜਾਊਗਾ ਆਪਸ਼ਨ ਨੰਬਰ A, ਕਾਰਲ ਮਾਰਕਸ, ਠੀਕ ਆ ਜੀ। ਇਹ ਬੁੱਕ ਦੇ ਆਥਰ ਕੌਣ ਸੀਗੇ? ਕਾਰਲ ਮਾਰਕਸ। ਚਲੋ ਅਗਲਾ ਪ੍ਰਸ਼ਨ ਦੇਖੋ। ਹਾਂਜੀ, ਪ੍ਰਸ਼ਨ ਨੰਬਰ 4 ਦੇਖੋ। ਵਿਚ ਆਫ ਦਾ ਫੋਲੋਇੰਗ ਲੀਡਰ ਐਸੋਸੀਏਟਡ ਵਿਦ ਬੈਰੋਟ ਇਨ ਉੱਤਰ ਪ੍ਰਦੇਸ਼ ਡਰਿੰਗ 1857 ਰਿਵੋਲਟਸ। ਹਾਂਜੀ, ਪੁੱਛਦੇ ਵੀ ਬੈਰੋਟ ਤੋਂ ਕਿਹੜੇ ਵਿਅਕਤੀ ਨੇ 1857 ਦੇ ਵਿਦਰੋਹ ਦੀ ਅਗਵਾਈ ਕੀਤੀ ਸੀ? ਤਾਂ ਆਪਸ਼ਨ ਨੰਬਰ A ਦੇਖੋ, ਨਾਨਾ ਸਾਹਿਬ, ਠੀਕ ਆ ਜੀ। ਤਾਂ ਨਾਨਾ ਸਾਹਿਬ ਨੇ ਅਗਵਾਈ ਕੀਤੀ ਸੀਗੀ ਕਾਨਪੁਰ ਤੋਂ। ਨਾਨਾ ਸਾਹਿਬ ਨੇ ਕਿੱਥੋਂ ਵਿਦਰੋਹ ਨੂੰ ਲੀਡ ਕੀਤਾ ਸੀਗਾ? ਕਾਨਪੁਰ ਤੋਂ ਕੀਤਾ ਸੀਗਾ। ਇਹਨਾਂ ਦੇ ਇੱਕ ਕਮਾਂਡਰ ਸੀਗੇ ਤਾਤਿਆ ਟੋਪੇ। ਤਾਤਿਆ ਟੋਪੇ ਨੇ ਵੀ ਫਿਰ ਕਿੱਥੋਂ ਲੀਡ ਕੀਤਾ ਸੀਗਾ? ਕਾਨਪੁਰ ਤੋਂ ਲੀਡ ਕੀਤਾ ਸੀ, ਠੀਕ ਆ ਜੀ। ਹੁਣ ਜੇ ਪ੍ਰਸ਼ਨ ਆ ਜੇ ਵੀ ਕਾਨਪੁਰ ਤੋਂ ਕਿਹੜੇ ਵਿਅਕਤੀ ਨੇ ਵਿਦਰੋਹ ਨੂੰ ਲੀਡ ਕੀਤਾ ਸੀਗਾ, ਤੇ ਆਪਸ਼ਨ ਵਿੱਚ ਨਾਨਾ ਸਾਹਿਬ ਦਿੱਤਾ ਹੋਵੇ ਤੇ ਤਾਤਿਆ ਟੋਪੇ ਵੀ ਦਿੱਤਾ ਹੋਵੇ, ਤੁਸੀਂ ਨਾਨਾ ਸਾਹਿਬ ਤੇ ਰਾਈਟ ਟਿਕ ਲਾ ਕੇ ਆਵੋਗੇ, ਠੀਕ ਆ ਜੀ। ਕਿਉਂਕਿ ਜਿਹੜੇ ਤਾਤਿਆ ਟੋਪੇ ਸੀਗੇ ਉਹ ਨਾਨਾ ਸਾਹਿਬ ਦੇ ਕੀ ਸੀਗੇ? ਕਮਾਂਡਰ ਸੀਗੇ, ਠੀਕ ਆ ਜੀ। ਨਾਨਾ ਸਾਹਿਬ ਦੇ ਅੰਡਰ ਰਹਿ ਕੇ ਉਹਨਾਂ ਨੇ ਵਿਦਰੋਹ ਨੂੰ ਲੀਡ ਕੀਤਾ ਸੀਗਾ। ਇਹ ਨੋਟ ਕਰਿਓ। ਮੌਲਵੀ ਅਹਿਮਦੁੱਲਾ ਸਾਹਿਬ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਵਿਅਕਤੀ ਸੀਗੇ ਤੇ ਅੰਗਰੇਜ਼ਾਂ ਦੇ ਕੱਟੜ ਦੁਸ਼ਮਣ ਮੰਨੇ ਜਾਂਦੇ ਆ, ਠੀਕ ਆ ਜੀ। ਇਹ ਆਪਣੇ ਹੈਗੇ ਜੀ ਤਾਮਿਲਨਾਡੂ ਤੋਂ, ਚੇਨਈ ਤੋਂ ਸੀ, ਠੀਕ ਆ ਜੀ। ਪਰ ਜਦੋਂ ਇਹਨਾਂ ਨੂੰ ਵਿਦਰੋਹ ਦੀ ਖਬਰ ਪਤਾ ਚੱਲੀ ਸੀ ਇਹ ਯੂਪੀ ਆ ਗਏ ਸੀਗੇ, ਤਾਂ ਇਹਨਾਂ ਨੇ ਫੈਜ਼ਾਬਾਦ ਤੋਂ, ਠੀਕ ਆ ਜੀ। ਕਿੱਥੋਂ? ਫੈਜ਼ਾਬਾਦ ਤੋਂ ਵਿਦਰੋਹ ਦੀ ਅਗਵਾਈ ਕੀਤੀ ਸੀ, ਠੀਕ ਆ ਜੀ। ਨੋਟ ਕਰਿਓ, ਫੈਜ਼ਾਬਾਦ ਤੋਂ ਵਿਦਰੋਹ ਦੀ ਅਗਵਾਈ ਕੀਤੀ ਸੀਗੀ। ਅੰਗਰੇਜ਼ਾਂ ਦੇ ਕੱਟੜ ਦੁਸ਼ਮਣ ਮੰਨੇ ਜਾਂਦੇ ਸੀਗੇ। ਅੰਗਰੇਜ਼ ਅਧਿਕਾਰੀਆਂ ਦੇ ਟੁਕੜੇ ਕਰਕੇ ਉਹਨਾਂ ਦੇ ਦਫ਼ਤਰ ਮੂਹਰੇ ਸਿੱਟੇ ਹੁੰਦੇ ਸੀ, ਠੀਕ ਆ ਜੀ। ਸੋ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਨੇਗੇ, ਨੋਟ ਕਰਿਓ। ਤੇ ਇੱਕ ਬਚ ਗਿਆ ਆਪਣੇ ਆਪਸ਼ਨ ਨੰਬਰ B ਬਚ ਗਿਆ, ਇਹੀ ਆਪਣਾ ਰਾਈਟ ਟਿਕ ਆ ਜੂ, ਠੀਕ ਆ ਜੀ। ਸ਼ਾਹ ਮਲ, ਆਪਸ਼ਨ ਨੰਬਰ B ਬਿਲਕੁਲ ਰਾਈਟ ਆਨਸਰ ਆ ਜੂਗਾ। ਇੱਕ ਵਾਰ ਫਿਰ ਦੇਖ ਲਓ, ਨਾਨਾ ਸਾਹਿਬ ਨੇ ਕਿੱਥੋਂ ਲੀਡ ਕੀਤਾ ਸੀ? ਕਾਨਪੁਰ ਤੋਂ, ਠੀਕ ਆ ਜੀ। ਇਹਨਾਂ ਦੇ ਕਮਾਂਡਰ ਸੀਗੇ ਤਾਤਿਆ ਟੋਪੇ। ਤੇ ਤਾਤਿਆ ਟੋਪੇ ਦਾ ਰੀਅਲ ਨਾਮ ਪੁੱਛਦੇ ਹੁੰਦੇ, ਠੀਕ ਆ ਜੀ। ਅਸਲੀ ਨਾਮ ਕੀ ਸੀਗਾ? ਰਾਮਚੰਦਰ ਪਾਂਡੂਰੰਗ, ਠੀਕ ਆ ਜੀ। ਤਾਤਿਆ ਟੋਪੇ ਦਾ ਅਸਲੀ ਨਾਮ ਕੀ ਸੀਗਾ? ਰਾਮਚੰਦਰ ਪਾਂਡੂਰੰਗ ਸੀ, ਠੀਕ ਆ ਜੀ। ਨੋਟ ਕਰਿਓ। ਤੇ ਮੌਲਵੀ ਅਹਿਮਦੁੱਲਾ ਸ਼ਾਹ, ਇਹਨਾਂ ਨੇ ਵਿਦਰੋਹ ਦੀ ਅਗਵਾਈ ਕਿੱਥੋਂ ਕੀਤੀ ਸੀਗੀ? ਫੈਜ਼ਾਬਾਦ ਤੋਂ ਕੀਤੀ ਸੀ, ਇਹ ਨੋਟ ਕਰਿਓ। ਤੇ ਆਪਣੇ ਬਾਅਦ ਕੀ ਆਪਸ਼ਨ ਨੰਬਰ B, ਸ਼ਾਹ ਮਲ। ਸ਼ਾਹ ਮਲ ਨੇ ਕਿੱਥੋਂ ਅਗਵਾਈ ਕੀਤੀ ਸੀਗੀ? ਬੈਰੌਟ ਤੋਂ ਕੀਤੀ, ਠੀਕ ਆ ਜੀ। ਬੈਰੌਟ ਉੱਤਰ ਪ੍ਰਦੇਸ਼ ਤੋਂ ਅਗਵਾਈ ਕਿਹਨੇ ਕੀਤੀ ਸੀਗੀ? ਸ਼ਾਹ ਮਲ ਨੇ ਕੀਤੀ, ਠੀਕ ਆ ਜੀ। ਇਹ ਸਾਰੀਆਂ ਗੱਲਾਂ ਨੋਟ ਕਰ ਲਓ। ਚਲੋ ਅਗਲਾ ਪ੍ਰਸ਼ਨ ਦੇਖੋ। ਹਾਂਜੀ, ਪ੍ਰਸ਼ਨ ਨੰਬਰ 5 ਦੇਖੋ। ਹੂ ਮੰਗ ਦਾ ਫੋਲੋਇੰਗ ਬ੍ਰਿਟਿਸ਼ ਆਫਿਸਰ ਸਪਰੈਸਡ ਦਾ ਰਿਵੋਲਟ ਆਫ ਝਾਂਸੀ। ਹਾਂਜੀ, ਆਪਾਂ ਉੱਪਰ ਗੱਲ ਕਰਕੇ ਹਟਿਆ ਕਿਹੜੇ ਅੰਗਰੇਜ਼ ਅਧਿਕਾਰੀ ਨੇ ਜਿਹੜਾ ਝਾਂਸੀ ਵਿੱਚ ਵਿਦਰੋਹ ਹੋਇਆ ਸੀ ਉਹਨੂੰ ਦਬਾਇਆ ਸੀਗਾ ਤੇ ਰਾਣੀ ਲక్ష్ਮੀ ਬਾਈ ਨੂੰ ਹਰਾਇਆ ਸੀਗਾ। ਆਪਸ਼ਨ ਨੰਬਰ ਆਪਣਾ D ਬਿਲਕੁਲ ਰਾਈਟ ਆਨਸਰ ਆ ਜਾਊਗਾ, ਹਿਊਗ ਰੋਜ਼, ਠੀਕ ਆ ਜੀ। ਨੋਟ ਕਰ ਲਿਓ। ਚਲੋ ਅਗਲਾ ਪ੍ਰਸ਼ਨ ਦੇਖੋ। ਹਾਂਜੀ, ਪ੍ਰਸ਼ਨ ਨੰਬਰ 6 ਦੇਖੋ। ਫਾਈਂਡ ਦਾ ਇਨਕਰੈਕਟ ਮੈਚ ਫॉर ਦਾ ਸੈਂਟਰ ਆਫ ਦਾ ਰਿਵੋਲਟ ਐਂਡ ਲੀਡਰ ਐਸੋਸੀਏਟਡ। ਹਾਂਜੀ, ਪੁੱਛਦਾ ਵੀ ਕਿਹੜੀ ਕਿਹੜੀ ਥਾਵਾਂ ਤੇ ਕਿਹੜੇ ਕਿਹੜੇ ਵਿਅਕਤੀ ਨੇ ਵਿਦਰੋਹ ਨੂੰ ਲੀਡ ਕੀਤਾ ਸੀਗਾ, ਰਿਵੋਲਟ ਨੂੰ ਲੀਡ ਕੀਤਾ ਸੀਗਾ। ਤਾਂ ਆਪਸ਼ਨ ਨੰਬਰ A ਦੇਖੋ, ਦਿੱਲੀ ਤੋਂ ਜਨਰਲ ਬਖਤ ਖਾਨ। ਹਾਂਜੀ, ਬਿਲਕੁਲ ਰਾਈਟ ਹੈ, ਠੀਕ ਆ ਜੀ। ਜਨਰਲ ਬਖਤ ਖਾਨ ਕਮਾਂਡਰ ਸੀਗਾ ਕਿਹਦਾ? ਬਹਾਦਰ ਸ਼ਾਹ ਜ਼ਫਰ ਦਾ, ਠੀਕ ਆ ਜੀ। ਬਹਾਦਰ ਸ਼ਾਹ ਜ਼ਫਰ ਦਾ ਕਮਾਂਡਰ ਕੌਣ ਸੀਗਾ? ਜਨਰਲ ਬਖਤ ਖਾਨ, ਠੀਕ ਆ ਜੀ। ਨੋਟ ਕਰਿਓ। ਕਾਨਪੁਰ ਤੋਂ ਕਿਹਨੇ ਲੀਡ ਕੀਤਾ ਸੀ? ਨਾਨਾ ਸਾਹਿਬ ਨੇ, ਬਿਲਕੁਲ ਰਾਈਟ ਹੈ, ਠੀਕ ਆ ਜੀ। ਲਖਨਊ ਤੋਂ ਬੇਗਮ ਹਜ਼ਰਤ ਮਹਿਲ, ਬਿਲਕੁਲ ਰਾਈਟ ਹੈਗਾ। ਬਰੇਲੀ ਤੋਂ ਕੁੰਵਰ ਸਿੰਘ, ਇਹ ਆਪਣਾ ਗਲਤ ਹੈ, ਠੀਕ ਆ ਜੀ। ਬਰੇਲੀ ਤੋਂ ਲੀਡ ਕੀਤਾ ਸੀਗਾ ਖਾਨ ਬਹਾਦਰ ਖਾਨ ਨੇ। ਕਿਹਨੇ ਜੀ? ਖਾਨ ਬਹਾਦਰ ਖਾਨ ਨੇ ਲੀਡ ਕੀਤਾ, ਠੀਕ ਹੈ ਜੀ। ਨੋਟ ਕਰਿਓ। ਤੇ ਕੁੰਵਰ ਸਿੰਘ ਨੇ ਕਿੱਥੋਂ ਲੀਡ ਕੀਤਾ ਸੀਗਾ? ਬਿਹਾਰ ਤੋਂ ਲੀਡ ਕੀਤਾ ਸੀ, ਠੀਕ ਆ ਜੀ। ਕੁੰਵਰ ਸਿੰਘ ਨੇ ਬਿਹਾਰ ਤੋਂ ਲੀਡ ਕੀਤਾ ਸੀ ਰਿਵੋਲਟ ਨੂੰ, ਇਹ ਨੋਟ ਕਰਿਓ। ਇੱਕ ਵਾਰੀ ਫਿਰ ਦੇਖ ਲਓ। ਦਿੱਲੀ ਤੋਂ ਜਨਰਲ ਬਖਤ ਖਾਨ, ਠੀਕ ਹੈ ਜੀ। ਕਿਹਦਾ ਕਮਾਂਡਰ ਸੀਗਾ? ਬਹਾਦਰ ਸ਼ਾਹ ਜ਼ਫਰ ਦਾ। ਤੇ ਕਾਨਪੁਰ ਤੋਂ ਨਾਨਾ ਸਾਹਿਬ ਨੇ ਲੀਡ ਕੀਤਾ, ਠੀਕ ਹੈ ਜੀ। ਲਖਨਊ ਤੋਂ ਬੇਗਮ ਹਜ਼ਰਤ ਮਹਿਲ ਨੇ। ਤੇ ਬਰੇਲੀ ਤੋਂ ਕਿਹਨੇ ਲੀਡ ਕੀਤਾ ਸੀਗਾ? ਖਾਨ ਬਹਾਦਰ ਖਾਨ ਨੇ, ਠੀਕ ਹੈ ਜੀ। ਨੋਟ ਕਰਿਓ। ਤੇ ਕੁੰਵਰ ਸਿੰਘ ਨੇ ਕਿੱਥੋਂ ਲੀਡ ਕੀਤਾ ਸੀ ਰਿਵੋਲਟ ਨੂੰ? ਬਿਹਾਰ ਤੋਂ ਲੀਡ ਕੀਤਾ, ਠੀਕ ਹੈ ਜੀ। ਬਿਹਾਰ ਤੋਂ ਵੀ ਜੇ ਆਪਾਂ ਜਗ੍ਹਾ ਦੀ ਗੱਲ ਕਰੀਏ, ਜਗਦੀਸ਼ਪੁਰ ਤੋਂ ਲੀਡ ਕੀਤਾ ਸੀਗਾ। ਚਲੋ ਅਗਲਾ ਪ੍ਰਸ਼ਨ ਦੇਖੋ।
हाँ जी, प्रश्न नंबर 7 देखो, फाइंड द इनकरेक्ट मैच फॉर द सेंटर ऑफ द बोट एंड एसोसिएटेड ब्रिटिश ऑफिसर। तो देखो ऑप्शन नंबर बी देखो, पहला कानपुर तो सर ह्यूग व्हीलर सी बिल्कुल राइट है, ठीक है जी। तो लखनऊ तो हैनरी लॉरेंस ये भी बिल्कुल राइट आ। तो झांसी तो आप पढ़ के हटे उपर ह्यूग रोज सी, ठीक है जी। तो दिल्ली तो जेम्स नेल सी, ये गलत है, ठीक है जी। ऑप्शन नंबर अपना ए बिल्कुल राइट आंसर आ जाऊगा। दिल्ली तो कौन सीगे, दिल्ली तो अपने सीगे शायद जॉन कैनिंग, ठीक है जी। जॉन कैनिंग सीगे, नोट करियो। जॉन कैनिंग कितों सीगे, दिल्ली तो, ठीक है जी। इन्होंने दिल्ली तो विद्रोह ਨੂੰ ਦਬਾਉਣ ਦੀ कोशिश की सी। चलो अगला प्रश्न देखो। हाँ जी, प्रश्न नंबर 8 देखो, टू विच रैजीमेंट डिड मंगल पांडे बिलोंग। हाँ जी, इतने अपना ऑप्शन नंबर ए बिल्कुल राइट आंसर आ जाऊगा, 34 नेटिव इन्फेंट्री, ठीक है जी। चलो अगला प्रश्न देखो। प्रश्न नंबर 9 देखो, हु वाज द अडॉप्टेड सन ऑफ पेशवा बाजीराव टू। हाँ जी, पेशवा बाजीराव का गोद लैता पुत्र कौन सीगा। हाँ जी, इतने अपना राइट ऑप्शन आ जाऊगा ऑप्शन नंबर सी, नाना साहब सी, ठीक है जी। हुण जी इत्थे आपां एक होर गल करिए, डॉक्ट्राइन ऑफ लेप्स की गल करिए, तो डॉक्ट्राइन ऑफ लेप्स हड़प की नीति की गल करिए, तो डॉक्ट्राइन ऑफ लेप्स लैके कौन आया सीगा, सब नूं पता लॉर्ड डलहौजी लैके आया, ठीक है जी। कदों लैके आया सीगा, 1848 ਵਿੱਚ लैके आया, ठीक है जी। तो नीति ਵਿੱਚ है की सीगा, सिंपल देखिए तो भी नीति ਵਿੱਚ हैगा सीगा भी जे किसी राजे का जे कोई पुत्र नहीं हैगा, गां कोई वंश नहीं हैगा, तो ਜਿਹੜਾ ਉਹ ਸਾਰਾ ਰਾਜ ਅਧਿਕਾਰ ਹੈਗਾ ਉਹ ਕਿਹਨਾਂ ਦੇ ਅਧੀਨ ਹੋ ਜਾਊਗਾ, ਉਹ ਅੰਗਰੇਜ਼ਾਂ ਦੇ ਅਧੀਨ ਹੋ ਜਾਊਗਾ, ਠੀਕ ਹੈ ਜੀ। ਤੇ ਜੇ ਕਿਸੇ ਰਾਜੇ ਨੇ ਜੇ ਕੋਈ ਪੁੱਤਰ ਨੂੰ ਗੋਦ ਲੈ ਲਿਆ ਤਾਂ ਵੀ ਜਿਹੜਾ ਉਹਦਾ ਰਾਜ ਅਧਿਕਾਰ ਹੈਗਾ ਉਹ ਅੰਗਰੇਜ਼ਾਂ ਦੇ ਅਧੀਨ ਹੋ ਜਾਊਗਾ, ਪਰ ਜਿਹੜਾ ਗੋਦ ਲੈਤਾ ਹੋਇਆ ਪੁੱਤਰ ਹੈਗਾ ਉਹਨੂੰ ਪੈਨਸ਼ਨ ਮਿਲੀ ਜਾਊ, ਠੀਕ ਹੈ ਜੀ। ਸੋ ਜਿਹੜੇ ਨਾਨਾ ਸਾਹਿਬ ਸੀਗੇ ਇਹ ਕੀ ਸੀਗੇ, ਪੇਸ਼ਵਾ ਬਾਜੀਰਾਓ ਦੇ ਗੋਦ ਲੈਤੇ ਹੋਏ ਪੁੱਤਰ ਸੀ, ਠੀਕ ਹੈ ਜੀ, ਪਰ ਇਹਨਾਂ ਨੂੰ ਪੈਨਸ਼ਨ ਨਹੀਂ ਮਿਲਦੀ ਸੀਗੀ। ਸੋ ਇਹ ਇੱਕ ਮੁੱਖ ਕਾਰਨ ਸੀਗਾ, ਮੁੱਖ ਕਾਰਨ ਕੀ ਸੀਗਾ, ਡਾਕਟਰਾइन ऑफ लेप्स, ठीक है जी। प्रश्न आउंदा हुंदा गा नाना साहब का भी विद्रोह में हिस्सा लैण का मुख्य कारण की सीगा, डॉक्टराइन ऑफ लेप्स, ठीक है जी, नोट करियो। तो इन्होंने पेंशन नहीं मिलती सी, ठीक है जी, इस करके इन्होंने की कीता सीगा, विद्रोह में हिस्सा लैता सीगा 1857 के विद्रोह में, कित्थों, कानपुर तो, ठीक है जी। ये सारी गल्लां नोट कर लियो। चलो अगला प्रश्न देखो। हाँ जी, प्रश्न नंबर 10 देखो, हु वाज द ब्रिटिश प्राइम मिनिस्टर डरिंग द रिवॉल्ट ऑफ 1857। हाँ जी, इत्थे राइट ऑप्शन आ जाऊगा ऑप्शन नंबर बी, लॉर्ड पाल्मरस्टोन। चलो अगला प्रश्न देखो। हाँ जी, प्रश्न नंबर 11 देखो, हु वाज द फर्स्ट परसन टू क्लीयर सिविल सर्विस इन 1863। हाँ जी, इतने अपना राइट ऑप्शन आ जाऊगा ऑप्शन नंबर सी, सतेंद्रनाथ टैगोर, ठीक है जी। तो देखो उस वक्त जो सिविल सर्विस का एग्जाम पास करना काफ़ी ज़्यादा वड्डी गल सी। पहली गल देखो, एग्जाम होंदा सीगा लंडन में, ठीक है जी, लंडन में एग्जाम होंदा सीगा, इहदे लई ग्रीक लैंगुएज आनी चाहिए सी, प्लस इहदे लई घोड़ सवारी आनी चाहिए, ठीक है जी। सो काफ़ी ज़्यादा कंडीशनां सीगियां। सो इन्हां कंडीशनां के बावजूद भी इन्होंने पास किया, ठीक है जी, नोट करो। तो एक गल होर नोट करो, इंग्लैंड की संसद में पहुंचने वाले पहला व्यक्ति कौन बनया सीगा, दादा भाई नरौजी बने, ठीक है जी। सो इन्हां बारे जिन्ने भी फैक्ट ने, जिन्ने भी गल्लां ने वो आपां आउण वाली वीडियो में पढ़ांगे, ठीक है जी, नोट करो। चलो अगला प्रश्न देखो। हाँ जी, प्रश्न नंबर 12 देखो, हु अमंग द फॉलोइंग वाज बेस्टोवर्ड विद द टाइटल ऑफ साहिब आलम बहादुर बाय बहादुर शाह जफर डरिंग द रिवॉल्ट ऑफ 1857। हाँ जी, ये टाइटल दिता गया सीगा बहादुर शाह जफर वालों, किहनूं दिता गया सीगा, बख्त खान नूं दिता गया, ठीक है जी। कौन सी बख्त खान, कमांडर सीगा किहदा, बहादुर शाह जफर दा, ठीक है जी, ये नोट करियो। चलो अगला प्रश्न देखो। हाँ जी, प्रश्न नंबर 13 देखो, वेयर इज द समाधि ऑफ महारानी लक्ष्मीबाई सिचुएटेड। देखो इन्हें समाधि हैगी है, ऑप्शन नंबर सी बिल्कुल राइट आंसर आ जाऊगा, ग्वालियर में है, ठीक है जी। इन्हां जन्म होया सीगा वाराणसी विच, वाराणसी विच इन्हां जन्म होया सीगा, कदों होया सीगा, 19 नवंबर 1828 ਨੂੰ ਹੋਇਆ ਸੀ, ठीक है जी। तो इन्हें डैथ हो गई सी कदों, 1858 ਵਿੱਚ, ठीक है जी, ये नोट करो, जून 1858 ਵਿੱਚ इन्हां दी मृत्यु हो गई सी, डैथ हो गई सी। चलो अगला प्रश्न देखो। हाँ जी, प्रश्न नंबर 15 देखो, विच ऑफ द फॉलोइंग कमीशन इज एसोसिएटेड विद द आर्मी रिकग्नाइजेशन आफ्टर सप्रेशन ऑफ द रिवॉल्ट ऑफ 1857। तो देखो जी पूछदा भी किहड़ा कमीशन लिआंदा गया सीगा ਜਿਹੜਾ 1755 विद्रोह तो बाद। देखो जी इत्थे अपना राइट ऑप्शन आ जाऊगा ऑप्शन नंबर बी, पील कमीशन, ठीक है जी। तो देखो पहला ये है की सीगा, देखो जो पहला भारती तो अंग्रेज फौजां का रेशो सीगा सिपाहियां का, देखो मान लो भी 5 भारतीय सिपाही सी, ठीक है जी, तो वो की सीगे 1 अंग्रेज सिपाही सीगा। तो जो कमीशन लिया गया सीगा फिर की करता सीगा, 2 अपने भारत के करते, ठीक है जी, सिपाही, तो एक की सीगा अंग्रेज सिपाही, ठीक है जी, फिर आ रेशो करता सीगा। तो ये भी देखो जो भारत के अपने सिपाही सीगे उन्होंने हत्थ में की होगी, उन्होंने हत्थ में एक तलवार होगी, जो अपना अंग्रेज सिपाही होगा वो हत्थ में की होगी, बंदूक होगी। भी मतलब जो कोई भारतीय सिपाही अपना विद्रोह भी करूगा तो बंदूक नाल उन्होंने दबा दिता जाऊगा, ठीक है जी। सो ये पील कमीशन लिया गया सीगा 1857 के विद्रोह तो बाद, आ नोट कर लियो रेशो, ठीक है जी। चलो अगला प्रश्न देखो फिर। हाँ जी, प्रश्न नंबर 16 देखो, वैन डिड क्वीन विक्टोरिया डिक्लेयर द टेकिंग ओवर द इंडियन एडमिनिस्ट्रेशन अंडर ब्रिटिश क्राउन।
हाँ जी, इत्थे अपना राइट ऑप्शन आ जाऊगा ऑप्शन नंबर ए नवंबर 1858 ਵਿੱਚ। ठीक है जी। तो देखो तुहानूं सब नूं पता होणागा पहला जिहड़ा अपना भारत का प्रशासन हुंदा सीगा वो ईस्ट इंडिया कंपनी के अधीन हुंदा। ठीक है जी। फिर महाराणी विक्टोरिया ने ठीक है 1858 ਵਿੱਚ किहदे अधीन करता सीगा, ब्रिटिश क्राउन के अधीन करता सीगा। पहले अपने गवर्नर जनरल हुंदे सीगे, फिर उन्होंने की बनाता सीगा वायसराय बनाता। ठीक है जी। ये बारे आपां डिटेल विच पढ़ांगे, ये नोट कर लिओ, फिलहाल इन्ना ही नोट कर लिओ। चलो अगला प्रश्न देखो। हाँ जी, प्रश्न नंबर 17 देखो, विच परसन ऑफ जगदीशपुर टुक द लीड ऑफ रेवोल्यूशनरीज डरिंग द रिवॉल्ट ऑफ 1857। तो देखो जी जगदीशपुर के किस व्यक्ति ने विद्रोह दौरान क्रांति करने की अगवाई की सी। तो ये बारे आप पहला भी गल की थी। ठीक है जी। जगदीशपुर कितने आगा, बिहार में आगा। बिहार में किहने अगवाई की सी, कुंवर सिंह ने की। ठीक है जी। ऑप्शन नंबर अपना बी बिल्कुल राइट आंसर आ जाऊगा। तो इतने गल होर नोट करो, एक प्रश्न आता होंगे भी कित्थों के लोगों ने, कित्थों के सैनिकों ने विद्रोह में सब तो वध हिस्सा पाया सीगा, कित्थों के पाया सीगा, अवध के। ठीक है जी। तो अवध की बेगम कौन सी, बेगम हजरत महल सी। ठीक है जी, ये नोट कर लो। चलो अगला प्रश्न देखो। हाँ जी, प्रश्न नंबर 18 देखो, हू डिफीटेड द जॉइंट आर्मी ऑफ ब्रिटिश एंड जोधपुर डरिंग द रिवॉल्ट ऑफ 1857। हाँ जी, इतने अपना राइट ऑप्शन आ जाऊगा ऑप्शन नंबर सी ठाकुर कुशाल सिंह ऑफ अवा। ठीक है जी। बहुत ही ज़्यादा तकड़े सीगे, इन्होंने अंग्रेज़ों की तो जोधपुर की संयुक्त सेना भी हराता सीगा। इंपॉर्टेंट आगा, नोट कर लो। चलो अगला प्रश्न देखो। हाँ जी, प्रश्न नंबर 19 देखो, हू वाज द गवर्नर जनरल डरिंग द रिवॉल्ट ऑफ 1857। हाँ जी, इतने अपना राइट ऑप्शन आ जू, सबनों पता ही होना ऑप्शन नंबर सी बिल्कुल राइट आंसर आ जाऊगा, लॉर्ड कैनिंग। चलो अगला प्रश्न देखो। हाँ जी, प्रश्न नंबर 20 देखो, कंसीडर द फॉलोइंग स्टेटमेंट्स रिलेटेड टू द कॉज ऑफ 1857 रिवॉल्ट एंड सिलेक्ट द राइट वन। तो देखो जी अपने स्टेटमेंटा दी हुई ने कुछ, इन्होंने विचों देखना भी किहड़ी स्टेटमेंटा 1857 जो विद्रोह होया सीगा उहदा कारण बनी सी। ठीक है जी। तो ऑप्शन नंबर ए देखो, इट वाज अ ग्रेट रिस्पैक्ट इन सैलरीज बिटवीन इंडियन एंड यूरोपियन सोल्जर। बिल्कुल राइट है। ठीक है जी। भारतीय अपने सिपाही सी जिहड़े ते अपने यूरोपियन सिपाही सीगे उन्हां दी जिहड़ी सैलरी सी विच उहदे विच काफ़ी ज़्यादा अंतर सीगा, ये राइट सही है। ठीक है जी। द इंडियन स्पॉस वेयर ट्रीटेड विद द कंटैम्प्ट बाय देयर यूरोपियन ऑफिसर। बिल्कुल ठीक है जी। उन्होंने बुरा बर्ताव किया जाता सी, जिहड़े अपने भारतीय फौजी सीगे। ठीक है जी। भारतीय सिपाही सीगे उन्होंने काफ़ी निंदायोग बर्ताव किया जाता सी, ये भी सही है। जिहड़े अपने यूरोपियन ऑफिसर ने उन्होंने द्वारा। ऑप्शन नंबर सी देखो, द स्पॉस वेयर स्पेंट टू डिसेंट पार्ट ऑफ द इंपायर बट वी आर नॉट पेड एनी एक्सट्रा अलाउंस। हाँ जी, ये भी बिल्कुल सही है। तो सब पता, तुम सुनिया भी होनागा भी जो अपने भारत के फौजी होंगे से इन्होंने कितने भेज दिता जाता सीगा, बाहर जंगा लड़न भेज दिता जाता। ठीक है जी। तो कोई भी एक्सट्रा अलाउंस नहीं दिता जाता सीगा, कोई भी स्पैशल भत्ता नहीं दिता जाता। ठीक है जी। तो तिन्ने सही ने गया, ऑप्शन नंबर डी बिल्कुल राइट आंसर आ जाऊगा। चलो अगला प्रश्न देखो। हाँ जी, प्रश्न नंबर 21 देखो, सिंबल ऑफ 1857 इंडिपेंडेंस स्ट्रगल बाज। हाँ जी, जो 1857 जो रिवॉल्ट सीगा ये जो सिंबल सीगा वो की सीगा, ऑप्शन नंबर सी बिल्कुल राइट आंसर आ जाऊगा, लोटस एंड चपाती स्टी। ठीक है जी। कमल अते रोटियां, ये नोट करो, इंपॉर्टेंट हैगा। ये कित्थे रखा गया सी, लंडन में बनाया गया। ठीक है जी। ये जी रिवॉल्ट की सारी योजना सी कित्थे बनाई गई सी, लंडन में बनाई गई सी। पहला जी योजना बनाई गई सी भी 31 मई तो ये विद्रोह स्टार्ट करना, पर किसी कारण ठीक है जी मेट तो 10 मई तो स्टार्ट हो गया सीगा। चलो अगला प्रश्न देखो। हाँ जी, प्रश्न नंबर 22 देखो, विच ऑफ द फॉलोइंग सेंटर्स ऑफ अपराइजिंग ऑफ 1857 बाद रीकैप्चर बाय द इंग्लिश। हाँ जी, इतने अपना राइट ऑप्शन आ जाऊगा ऑप्शन नंबर डी दिल्ली। ठीक है जी। तो देखो दिल्ली में विद्रोह स्टार्ट होया सीगा 11 मई तो, 11 मई 1857। ठीक है जी। तो इन्हू रीकैप्चर कर लिया सी, दोबारा कब्जा कर लिया सी अंग्रेज़ों ने, कदों कर लिया सीगा 20 सितंबर 1857 ਵਿੱਚ। ठीक है जी। ये नोट कर लिओ। तो उन्होंने कैद कर लिया सीगा अपने की है बहादुर शाह जफर नूं, जिहड़ा अपना बख्त खान सीगा वो कित्थे वग गया सीगा, वो कानपुर विच वग गया सी। ठीक है जी। ये नोट कर लो। चलो अगला प्रश्न देखो। हाँ जी, प्रश्न नंबर 23 देखो, हू मंग द फॉलोइंग वाज द लीडर ऑफ 1857 अपराइजिंग एट इलाहाबाद। हाँ जी, इलाहाबाद तो किहड़े लीडर ने रिवॉल्ट नूं लीड किया सीगा। हाँ जी, इत्थे अपना राइट ऑप्शन आ जाऊगा ऑप्शन नंबर डी मौलवी लियाकत अली। ठीक है जी। तो इन्होंने एक होर नाम नाल भी बुलाया जाता सी, की नाम से इन्हों का क्रांति दूत, इन्हों क्रांति दूत के नाम नाल भी बुलाया जाता सी, ये भी नोट करो। ठीक है जी। तो अजीमुल्ला कौन सीगे, अजीमुल्ला सीगे एडवाइजर सलाहकार सी किहदे, नाना साहब। ठीक है जी। ये भी नोट कर लो। चलो अगला प्रश्न देखो। हाँ जी, प्रश्न नंबर 24 देखो, अजीमुल्ला खान वाज एन एडवाइजर टू। हाँ जी, ਆਪਾਂ ਉੱਪਰ ਹੀ ਗੱਲ ਕਰਕੇ ਹਟਿਆ ਕਿਹਦੇ ਐਡਵਾਈਜ਼ਰ ਸੀਗੇ, ਕਿਹਦੇ ਸਲਾਹਕਾਰ ਸੀਗੇ, ਨਾਨਾ ਸਾਹਿਬ ਦੇ। ਠੀਕ ਹੈ ਜੀ। ਆਪਸ਼ਨ ਨੰबर ए ਬਿਲਕੁਲ ਰਾਈਟ ਆਂਸਰ ਆ ਜਾਊਗਾ। ਚਲੋ ਅਗਲਾ ਪ੍ਰਸ਼ਨ ਦੇਖੋ। हाँ जी, प्रश्न नंबर 25 देखो, हू मंग द फॉलोइंग वाज द लीडर ऑफ रेवोल्यूशन ऑफ 1857 इन असम। हाँ जी, इतना में राइट ऑप्शन आ जाऊगा ऑप्शन नंबर ए दीवान मणीराम दत्ता। ठीक है जी। तो देखो असम में लीड तो कंद पेशवर ने भी किया सीगा, पर तुहानूं दोनों ऑप्शनों में मिल जाण तो दीवान मणीराम बिल्कुल राइट आंसर आऊगा। ठीक है जी। जे दीवान मणीराम ऑप्शन में ना हो तो कंद पेशवर बिल्कुल राइट आंसर आ जाऊगा। ठीक है जी। सो इन्होंने दोनों ने लीड किया कितों, असम तो। ठीक है जी। दोनों का नाम आ जाए तो दीवान मणीराम दत्ता बिल्कुल राइट आंसर आ जाऊगा, ये नोट करो। चलो अगला प्रश्न देखो। हाँ जी, प्रश्न नंबर 26 देखो, द रिवॉल्ट ऑफ 1857 वाज विटनेस्ड बाय द पोइट। हाँ जी, किहड़े कवि ने 1857 के विद्रोह देखा सीगा, तो इत्थे अपना राइट ऑप्शन आ जाऊगा ऑप्शन नंबर सी गालिब ने। ठीक है जी। नोट करो, ये आगरा के रहने वाले सीगे,
ਇਹਨਾਂ ਦਾ ਕਈ ਰੈਜ਼ੀਡੈਂਟਸ ਪੁੱਛ ਲੈਂਦੇ ਹੁੰਦੇ ਆ, ਆਗਰਾ ਦੇ ਰਹਿਣ ਵਾਲੇ, ਠੀਕ ਆ ਜੀ। ਸੋ ਅੱਜ ਆਪਾਂ ਜਿੰਨੇ ਵੀ ਪ੍ਰਸ਼ਨ ਕੀਤੇ ਆ ਸਾਰੇ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਸੀਗੇ, ਤੇ ਹਿਸਟਰੀ ਦੇ ਆਪਾਂ ਇਸ ਤਰ੍ਹਾਂ ਤੁਹਾਡੇ ਥੋੜ੍ਹੇ ਕਰਕੇ ਸਾਰੇ ਟੌਪਿਕ ਆਪਾਂ ਕੰਪਲੀਟ ਕਰਾਂਗੇ, ਠੀਕ ਆ ਜੀ, ਮਾਡਰਨ ਹਿਸਟਰੀ ਦੇ। ਸੋ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗਦੀ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਣਾ, ਤੇ ਆਪਾਂ ਵੀਡੀਓ ਵਿੱਚ ਕੀ ਸੁਧਾਰ ਕਰ ਸਕਦੇ ਹਾਂ ਇਹ ਵੀ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਣਾ, ਠੀਕ ਆ ਜੀ। ਸੋ ਮੈਨੂੰ ਉਮੀਦ ਆ ਵੀ ਸਾਰਿਆਂ ਨੂੰ ਵੀਡੀਓ ਵਧੀਆ ਲੱਗੀ ਹੋਣੀ ਹੈ, ਵਧੀਆ ਲੱਗੀ ਹੋਵੇ ਤਾਂ ਲਾਈਕ ਵੀ ਜ਼ਰੂਰ ਕਰ ਦਿਆ ਕਰੋ, ਠੀਕ ਆ ਜੀ, ਲਾਈਕ ਕਰ ਦਿਆ ਕਰੋ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਆ ਕਰੋ। ਮਿਲਾਂਗੇ ਤੁਹਾਨੂੰ ਅਗਲੀ ਵੀਡੀਓ ਵਿੱਚ, ਤਦ ਤੱਕ ਲਈ ਸਾਰਿਆਂ ਨੂੰ ਗੁੱਡ ਲੱਕ, ਧੰਨਵਾਦ।